ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਡੰਡਾਉਤ ਬੰਦਨਾ ਅਨਕ ਬਾਰ। ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਤੈਨੂੰ ਲੱਖ ਵਾਰੀ ਸੀਸ ਨਿਭਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਲੱਖ ਵਾਰੀ ਸੀਸ ਨਿਭਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਤੈਨੂੰ ਲੱਖ ਵਾਰੀ ਸੀਸ ਝੁਕਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਤੈਨੂੰ ਲੱਖ ਵਾਰੀ ਸੀਸ ਝੁਕਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਵਾਰੀ ਸੀਸ ਝੁਕਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਤੈਨੂੰ ਲੱਖ ਵਾਰੀ ਤੈਨੂੰ ਲੱਖ ਵਾਰੀ ਸੀਸ ਨਿਭਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਲੱਖ ਵਾਰੀ ਸੀਸ ਨਿਭਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਤੈਨੂੰ ਲੱਖ ਵਾਰੀ ਸੀਸ ਨਿਭਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਤੈਨੂੰ ਲੱਖ ਵਾਰੀ ਸੀਸ ਨਿਭਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਲੱਖ ਵਾਰੀ ਸੀਸ ਨਿਭਾਵਾਂ। ਗਰੀਬਾਂ ਨੂੰ ਨਵਾਜਣ ਵਾਲਿਆ ਤੈਨੂੰ ਲੱਖ ਵਾਰੀ ਪਿਆਰੇ ਜੀ। ਗਰੀਬਾਂ ਨੂੰ ਨਵਾਜਣ ਵਾਲਿਆ ਪਿਆਰੇ ਜੀ। ਗਰੀਬਾਂ ਨੂੰ ਨਵਾਜਣ ਵਾਲਿਆ ਪਿਆਰੇ ਜੀ। ਗਰੀਬਾਂ ਨੂੰ ਨਵਾਜਣ ਵਾਲਿਆ ਪਿਆਰੇ ਜੀ। ਗਰੀਬਾਂ ਨੂੰ ਨਵਾਜਣ ਗਰੀਬਾਂ ਨੂੰ ਪਿਆਰੇ ਜੀ। ਗਰੀਬਾਂ ਨੂੰ ਨਵਾਜਣ ਵਾਲਿਆ ਪਿਆਰੇ ਜੀ। ਗਰੀਬਾਂ ਨੂੰ ਨਵਾਜਣ ਵਾਲਿਆ ਪਿਆਰੇ ਜੀ। ਗਰੀਬਾਂ ਨੂੰ ਨਵਾਜਣ ਵਾਲਿਆ
ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰ ਨਾ ਸਕੋ ਤੁਮਰੀ ਮਹਿਮਾ ਵਰ ਨਾ ਸਕੋ ਤੂੰ ਠਾਕਰ ਊਚ ਭਗਵਾਨਾ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਦੁਨੀਆ ਨੂੰ ਨਿਵਾਜਣ ਵਾਲਿਆ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਦੁਨੀਆ ਨਿਵਾਜਣ ਵਾਲਿਆ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ ਦੁਨੀਆ ਨਿਵਾਜਣ ਵਾਲਿਆ ਤੇਰੇ ਕਿਹੜੇ ਗੁਣਾਂ ਨੂੰ
ਤੇਰੇ ਕਾਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਆਓ ਅੱਜ ਸੰਗਰਾਮ ਦਾ ਪਾਵਨ ਪਵਿੱਤਰ ਦਿਹਾੜਾ ਹੈ। 15 ਤਰੀਕ 6ਵਾਂ ਮਹੀਨਾ 2021, ਜੋ ਕੱਲ 14 ਤਰੀਕ ਦਾ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸ਼ਹੀਦੀ ਜੋੜ ਮੇਲਾ ਸਾਰੇ ਨਗਰਾਂ ਦੇ ਵਿੱਚ ਮਨਾਇਆ ਗਿਆ। ਲੰਗਰ ਦੇ ਪ੍ਰਵਾਹ, ਕਥਾ ਕੀਰਤਨ ਦੇ ਪ੍ਰਵਾਹ ਚੱਲਿਆ, ਠੰਡੇ ਜਲ ਦੀਆਂ ਸਬੀਲਾਂ। ਆਓ ਆਪਾਂ ਰਲ ਮਿਲ ਕੇ ਕੁਝ ਸਮੇਂ ਵਾਸਤੇ ਆਪਾਂ ਸਾਰੇ ਹੀ ਪਿੰਡ ਲਲੌਡਾ ਸਾਹਿਬ ਦੀ ਸੰਗਤਾਂ ਰਲ ਮਿਲ ਕੇ ਆਪਾਂ ਸਾਰੇ ਇਕੱਤਰ ਹੋ ਕੇ ਬੈਠ ਕੇ ਕੁਝ ਕੁ ਸਮਾਂ ਗੁਰਬਾਣੀ ਦਾ ਆਨੰਦ ਮਾਣੀਏ, ਗੁਰ ਧਿਆਨ ਦੀਆਂ ਵਿਚਾਰਾਂ ਦਾ ਆਨੰਦ ਮਾਣੀਏ। ਜਿਹੜੀ ਜਾਤ ਸਾਈਂ ਦੀ ਵਿੱਚ ਗੁਜਰੇ ਪੈਂਦੀ ਹੈ ਮੁਜਰੇ, ਨਹੀਂ ਤੇ ਸਾਨੂੰ ਹਾਸਲ ਕੀ ਹੈ। ਜਿਹੜੀ ਜਾਤ ਸਾਈਂ ਦੀ ਵਿੱਚ ਗੁਜ਼ਰਦੀ ਹੈ ਉਹੀ ਲੇਖੇ ਦੇ ਵਿੱਚ ਪੈਣੀ ਆ, ਬਾਕੀ ਜਿਹੜਾ ਸਮਾਂ ਉਹ ਐਵੇਂ ਹੀ ਗੁਜ਼ਰ ਜਾਣੀ ਆ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ। ਮਹਾਰਾਜ ਜੀ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਮਨੁੱਖਾ ਜਨਮ ਮਿਲਿਆ ਹੈ ਬੜੇ ਲੰਮੇ ਸਮੇਂ ਬਾਅਦ। 1,84 ਲੱਖ ਜੂਨ ਭੋਗ ਕੇ ਅਸੀਂ ਆਇਆ। ਸਾਰੀਆਂ ਜੂਨੀਆਂ ਜਿਹੜੀਆਂ ਅਸੀਂ ਦੇਖਦੇ ਆ, ਇਹ ਜੀਵ ਸਾਰੀਆਂ ਜੂਨੀਆਂ ਦੇ ਵਿੱਚ ਲੰਘ ਕੇ ਆਇਆ। ਸਾਰੀਆਂ ਜੂਨੀਆਂ ਭੋਗ ਕੇ ਅਸੀਂ ਸੰਸਾਰ ਦੇ ਉੱਤੇ ਆਇਆ ਹਾਂ। ਇਹ ਬੜਾ ਅਮੋਲਕ ਜਨਮ ਹੈ। ਮਹਾਰਾਜ ਜੀ ਕਹਿੰਦੇ ਇਹ ਵਿਅਰਥ ਜਾ ਰਿਹਾ। ਵਿਅਰਥ ਕਿਉਂ ਜਾ ਰਿਹਾ, ਕਿਵੇਂ ਜਾ ਰਿਹਾ? ਇਹ ਨਾਮ ਤੋਂ ਬਿਨਾ ਇਹ ਬਿਰਥਾ ਜਾ ਰਿਹਾ ਹੈ। ਮਹਾਰਾਜ ਜੀ ਕਹਿੰਦੇ, ਜਿਨੀ ਐਸਾ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਨਾਮ ਦਾ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਭਜਨ ਨਹੀਂ ਕੀਤਾ, ਉਹ ਸੰਸਾਰ ਦੇ ਵਿੱਚ ਕਾਹਦੇ ਵਾਸਤੇ ਆਏ ਨੇ? ਮਹਾਰਾਜ ਜੀ ਕਹਿੰਦੇ, ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਹੈ। ਜਿਵੇਂ ਹੁਣ ਆਪਾਂ ਫਸਲ ਬੀਜ ਰਹੇ ਹਾਂ, ਜੀਰੀ ਲਾ ਰਹੇ ਹਾਂ, ਇਹ ਬੱਤਾ। ਜੇ ਹੁਣ ਅਸੀਂ ਇਹ ਬੱਤ, ਇਹ ਸਮਾਂ ਨਾ ਸੰਭਾਲਿਆ, ਫਿਰ ਕਿੱਥੋਂ ਗੁਰਮੁਖ ਪਿਆਰਿਓ ਅਸੀਂ ਟਰਾਲੀਆਂ ਭਰਾਂਗੇ ਜੀਰੀ ਦੀਆਂ, ਕਿੱਥੋਂ ਵੱਢਾਂਗੇ? ਇਹ ਬੱਤ ਹਰ ਕੰਮ ਦੀ ਬੱਤ ਹੁੰਦੀ ਆ। ਅਸੀਂ ਕਣਕ ਬੀਜਣ ਦੀ ਬੱਤ ਨੂੰ ਨਹੀਂ ਲੰਘਣ ਦਿੰਦੇ, ਬੜਾ ਖਿਆਲ ਰੱਖਦੇ ਆ ਵੀ ਕਿਤੇ ਸਮਾਂ ਨਾ ਲੰਘ ਜਾਏ, ਕਿਤੇ 5-4 ਦਿਨ ਲੇਟ ਨਾ ਹੋ ਜਾਈਏ। ਜੀਰੀ ਬੀਜ ਰਿਹਾ ਹੁਣ, ਇਹ ਵੀ ਇੱਕ ਬੱਤ ਆ, ਇੱਕ ਸਮਾਂ ਹੈ। ਇਹ ਵੀ ਆਪਾਂ ਖੁੰਝਣ ਨਹੀਂ ਦੇ ਰਹੇ ਵੀ ਕਿਤੇ ਸਮਾਂ ਲੰਘ ਨਾ ਜਾਏ। ਪਰ ਇੱਕ ਗੁਰਮੁਖ ਪਿਆਰਿਓ, ਸਾਡੇ ਨਾਮ ਜਪਣ ਦੀ ਬੱਤ ਹੈ। ਹੁਣ ਬੱਤ ਹਰ ਨਾਮ ਨਾ ਬੀਜਿਓ। ਆਹ ਸਰੀਰ ਦੇ ਵਿੱਚ, ਸਰੀਰ ਰੂਪੀ ਧਰਤੀ ਦੇ ਵਿੱਚ ਜੇ ਅਸੀਂ ਨਾਮ ਰੂਪੀ ਬੀਜ ਨਾ ਬੀਜਿਆ, ਮਹਾਰਾਜ ਜੀ ਕਹਿੰਦੇ, ਅੱਗੇ ਭੁੱਖਾ ਕਿਆ ਖਾਏ।
ਅੱਗੇ ਫਿਰ ਕੀ ਖਾਵੇਂਗਾ, ਕੀ ਪ੍ਰਾਪਤ ਹੋਏਗਾ। ਇਸੇ ਕਰਕੇ ਸਾਨੂੰ ਮਨੁੱਖਾ ਜਨਮ ਮਿਲਿਆ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਬੜੇ ਲੰਮੇ ਸਮੇਂ ਬਾਅਦ ਇਹ ਮਨੁੱਖਾ ਜਨਮ ਮਿਲਿਆ। ਸਤਿਗੁਰੂ ਜੀ ਕਹਿਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਜੀ, ਅਬਰ ਕਾਜ ਤੇਰਾ ਕਿਤੇ ਨਾ ਕਾਮ। ਆ ਜਿਹੜੇ ਆਪਾਂ ਕੰਮ ਕਾਜ ਕਰਦੇ ਫਿਰਦੇ ਆ ਨਾ, ਇਹ ਕਿਤੇ ਕੰਮ ਨਹੀਂ ਆਉਣ ਵਾਲੇ। ਭਾਵ ਕਿ ਇਹਦਾ ਕੀ ਅਰਥ ਬਣਦਾ, ਕੀ ਮਤਲਬ ਆ? ਇਹਦਾ ਮਤਲਬ ਇਹ ਆ ਵੀ ਜਿਹੜੇ ਆਪਾਂ ਆ ਦੁਨਿਆਵੀ ਕੰਮ ਕਾਜ ਕਰਦੇ ਆ, ਇਹਨਾਂ ਨੇ ਅੱਗੇ ਕੰਮ ਨਹੀਂ ਆਉਣਾ। ਆਖੋ ਸਤਨਾਮ। ਕੰਮ ਕਰਨੇ ਬੜੇ ਜ਼ਰੂਰੀ ਨੇ। ਇਹ ਨਹੀਂ ਹੈ ਵੀ ਅਸੀਂ ਕੰਮ ਨਹੀਂ ਕਰਨੇ, ਬਾਣਾ ਪਾ ਲਿਆ, ਮਾਲਾ ਫੜ ਲਈ, ਬਸ ਨਹੀਂ। ਮਹਾਰਾਜ ਜੀ ਕਹਿੰਦੇ ਗੁਰਸਿੱਖਾ ਜਿਹੜਾ ਉਹ ਨਾਮ ਵੀ ਜਪੇ, ਬੰਦਗੀ ਵੀ ਕਰੇ ਅਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਵੀ ਕਰੇ। ਆਖੋ ਸਤਨਾਮ। ਅੱਜ ਜਿਹੜਾ ਅਸੀਂ ਕੰਮ ਕਾਜ ਕਰਦੇ ਆ, ਇਹ ਇੱਕ ਸਾਡੀ ਕਿਰਤ ਕਮਾਈ ਆ, ਦਸਾਂ ਨੌਂ ਦੀ ਜਿਹੜੀ ਬੜੀ ਜ਼ਰੂਰੀ ਆ ਕਰਨੀ। ਮਹਾਰਾਜ ਜੀ ਕਹਿੰਦੇ ਅਬਰ ਕਾਜ ਤੇਰੇ ਕਿਤੇ ਨਾ ਕਾਮ। ਇਹ ਕੰਮ ਇੱਥੇ ਕੰਮ ਜ਼ਰੂਰ ਆਉਂਦੇ ਨੇ, ਪਰ ਅੱਗੇ ਕੰਮ ਨਹੀਂ ਆਉਂਦੇ। ਫਿਰ ਕੀ ਕਰਨਾ ਚਾਹੀਦਾ? ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕਰੀਏ, ਮਹਾਰਾਜ ਜੀ ਫਿਰ ਸਾਨੂੰ ਕੀ ਕਰਨਾ ਚਾਹੀਦਾ? ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਵਾਬ ਦਿੰਦੇ ਨੇ। ਮਹਾਰਾਜ ਜੀ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਹਾਰਾਜ ਜੀ ਕਹਿੰਦੇ ਪਿਆਰਿਆ, ਤੂੰ ਸਾਧ ਸੰਗਤ ਦੇ ਵਿੱਚ ਮਿਲ ਕੇ ਨਾ ਕੇਵਲ ਤੇ ਕੇਵਲ ਨਾਮ ਜਪਦਾ। ਆਖੋ ਸਤਨਾਮ। ਹੁਣ ਜਿਹੜੇ ਨਾਮ ਆ, ਇਹ ਸਾਰੇ ਦੁੱਖਾਂ ਦੀ ਦਾਰੂ ਆ, ਸਾਰੇ ਦੁੱਖਾਂ ਦੀ ਦਵਾਈ ਆ। ਪਰਮੇਸ਼ਰ ਦਾ ਇੱਕ ਨਾਮ ਸਾਰੇ ਦੁੱਖਾਂ ਦੀ ਦਾਰੂ ਆ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਜੀ ਕਹਿੰਦੇ ਗੁਰਾਂ ਦੀ ਬਾਣੀ ਸੁਣ ਕੇ ਦੇਖੇਗਾ ਨਾ, ਜਦੋਂ ਸੁਣੇਗਾ ਦੁੱਖਾਂ ਦਾ ਨਾਸ ਹੋ ਜਾਊਗਾ, ਬਾਣੀ ਭਜਨ ਦਾ ਪ੍ਰਕਾਸ਼ ਹੋ ਜੂ। ਕੀ ਕਹਿੰਦੇ ਸਤਿਗੁਰੂ? ਆਓ ਪੜ੍ਹ ਲਓ ਜਰਾ ਸਾਰੇ, ਗੱਜ ਵੱਜ ਕੇ ਆਪਣੀ ਰਸਨਾ ਨੂੰ ਕਰੋ ਪਵਿੱਤਰ। ਉਹ ਸੁਣ ਕੇ ਦੇਖ ਲਾ ਗੁਰਾਂ ਦੀ ਬਈ ਬਾਣੀ, ਦੁੱਖੜਿਆਂ ਦਾ ਨਾਸ ਹੋ ਜੂਗਾ। ਦੇਖ ਲਾ ਗੁਰਾਂ ਦੀ ਬਈ ਬਾਣੀ, ਦੁੱਖੜਿਆਂ ਦਾ ਨਾਸ ਹੋ ਜੂਗਾ। ਉਹ ਸੁਣ ਕੇ ਦੇਖ ਲੈ ਗੁਰਾਂ ਦੀ ਬਾਣੀ,
ਸੁਣਿਆ ਦੁਖ ਪਾਪ ਕਾ ਨਾਸ। ਮਹਾਰਾਜ ਜੀ ਕਹਿੰਦੇ ਦੁੱਖਾਂ ਦਾ ਪਾਪਾਂ ਦਾ ਨਾਸ ਹੋ ਜਾਂਦਾ ਗੁਰਬਾਣੀ ਸੁਣ ਕੇ। ਕੱਲਾ ਸੁਣ ਕੇ ਨਹੀਂ, ਨਾਲ ਮੰਨਣਾ ਵੀ ਪੈਣਾ ਹੈ। ਮਹਾਰਾਜ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤੇ ਕੇਵਲ ਸੰਗਤਾਂ ਦੇ ਨਾਲ ਮਿਲ ਕੇ ਨਾਮ ਜਪ, ਸਿਮਰਨ ਕਰ, ਬੰਦਗੀ ਕਰ, ਰਹੋ ਵਿਚਾਰ। ਆਓ ਆਪੋ ਆਪਣੀ ਸੁਰਤੀਆਂ ਬਿਰਤੀਆਂ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਲੈ ਚੱਲੀਏ, ਜਿੱਥੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਜੋਤ ਜਗਾਉਂਦੇ ਨੇ। ਲੱਖਾਂ ਹੀ ਸਿੱਖ ਸੰਗਤਾਂ ਨੂੰ ਤਾਰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੁੱਤਰ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਨੌਜਵਾਨ ਉਮਰ ਦੇ ਵਿੱਚ ਬੜਾ ਲੰਮਾ ਲੰਜਾ ਕੱਦ, ਬੜਾ ਸੋਹਣਾ ਸੁਨੱਖਾ ਸਰੀਰ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੁੱਤਰ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਤਾਂ ਗੁਰਮੁਖ ਪਿਆਰਿਓ, ਉਸ ਸਮੇਂ ਜਹਾਂਗੀਰ ਬਾਦਸ਼ਾਹ, ਜਹਾਂਗੀਰ ਬਾਦਸ਼ਾਹ ਦਾ ਦੀਵਾਨ ਚੰਦੂ ਦੀਵਾਨ। ਤਾਂ ਗੁਰਮੁਖ ਪਿਆਰਿਓ, ਜਿਹੜਾ ਚੰਦੂ ਦੀਵਾਨ ਸੀ, ਇਹ ਵੀ ਆਪਣੇ ਆਪ ਨੂੰ ਬੜਾ ਸਮਝਦਾ ਸੀ, ਕਿਉਂਕਿ ਜਹਾਂਗੀਰ ਬਾਦਸ਼ਾਹ ਦਾ ਸਲਾਹਕਾਰ ਸੀ, ਰਹਿਣ ਵਾਲਾ ਸੀ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ ਤੇ ਜੋਤ ਜਗਾਉਂਦੇ ਆ। ਜਹਾਂਗੀਰ ਬਾਦਸ਼ਾਹ ਤਾਂ ਗੁਰਮੁਖ ਪਿਆਰਿਓ, ਚੰਦੂ ਦੀ ਜਿਹੜੀ ਲੜਕੀ ਸੀ ਉਹ ਵਿਆਹਣ ਦੇ ਲਾਇਕ ਸੀ। ਚੰਦੂ ਦੀਵਾਨ ਨੇ ਕਹਿਣਾ ਕੀਤਾ, ਕਹਿੰਦੇ ਜਾਓ ਲੜਕੀ ਦੇ ਵਾਸਤੇ ਕੋਈ ਐਸਾ ਵਰ ਲੱਭ ਕੇ ਲੈ ਕੇ ਆਓ। ਐਸਾ ਵਰ ਲੱਭ ਕੇ ਲੈ ਕੇ ਆਓ, ਲੜਕਾ ਸੋਹਣਾ ਸੁਨੱਖਾ ਲੰਮਾ ਲੰਜਾ, ਚੰਗਾ ਉੱਚੇ ਘਰਾਣੇ ਦਾ ਹੋਵੇ। ਤਾਂ ਗੁਰਮੁਖ ਪਿਆਰਿਓ, ਜਿਹੜੇ ਵਿਚੋਲੇ ਸਨ ਉਸ ਸਮੇਂ, ਉਹਨਾਂ ਨੂੰ ਤੋਰ ਦਿੱਤਾ ਵੀ ਲੈ ਕੇ ਉਹ ਲੱਭ ਕੇ ਦੇਖੋ, ਕੋਈ ਢੂੰਡੋ। ਹੁਣ ਗੁਰਮੁਖ ਪਿਆਰਿਓ ਲੱਭਦੇ ਫਿਰਦੇ ਨੇ, ਕੋਈ ਉਹਨਾਂ ਨੂੰ ਵਰ ਐਸਾ ਨਹੀਂ ਲੱਭਿਆ ਜਿਹੜਾ ਚੰਦੂ ਦੀਵਾਨ ਦਾ ਦਮਾਦ ਬਣ ਸਕੇ। ਐਸਾ ਉਹਨਾਂ ਨੂੰ ਕੋਈ ਉਸ ਸਮੇਂ ਨਜ਼ਰ ਨਹੀਂ ਆਇਆ। ਬੜੇ ਅੱਕ ਥੱਕ ਗਏ। ਫਿਰ ਗੁਰਮੁਖ ਪਿਆਰਿਓ, ਇਹਨਾਂ ਨੇ ਪੁੱਛਣਾ ਕੀਤਾ, ਕਿਤੋਂ ਪਤਾ ਕਰਿਆ। ਉਹਨਾਂ ਨੇ ਦੱਸਿਆ, ਕਹਿੰਦੇ ਭਾਈ ਅੰਮ੍ਰਿਤਸਰ ਦੀ ਧਰਤੀ ਤੇ ਜਾਓ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਜਾਓ, ਉਸ ਘਰ ਦੇ ਵਿੱਚ ਤੁਹਾਡੀ ਆਸ ਪੂਰੀ ਹੋਵੇਗੀ। ਉਹਨਾਂ ਦਾ ਪੁੱਤਰ ਬੜਾ ਹੋਣਹਾਰ ਹੈ, ਬੜਾ ਲੰਮਾ ਲੰਜਾ, ਬੜਾ ਉੱਚਾ ਸੁੱਚਾ ਘਰ ਹੈ। ਜੇ ਗੱਲ ਕਰੀਏ ਸੋਹਣੇ ਸੁਨੱਖੇ ਦੀ, ਲੰਮੇ ਲੰਜੇ ਦੀ, ਬੜੇ ਸਾਰੇ ਗੁਣ ਪੂਰੇ ਨੇ। ਗੱਲ ਕਰੀਏ ਮਾਇਆ ਦੀ, ਤਕੜੇ ਘਰ ਦੀ, ਤਾਂ ਗੁਰਮੁਖ ਪਿਆਰਿਓ, ਉਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਵੱਡਾ, ਅੰਮ੍ਰਿਤਸਰ ਤੋਂ ਵੱਡਾ ਕੋਈ ਘਰ ਨਹੀਂ ਸੀ। ਫਿਰਦੇ ਫਰਾਂਦੇ ਗੁਰਮੁਖ ਪਿਆਰਿਓ, ਵਿਚੋਲੇ ਦੇ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ,
ਬੜੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਬੜਾ ਮਾਇਆ ਦਾ ਢੇਰ ਲੱਗਿਆ ਹੋਇਆ। ਹੁਣ ਤਾਂ ਆਪਾਂ ਗੋਲਕਾਂ ਰੱਖੀਆਂ ਹੋਈਆਂ ਨੇ ਨਾ, ਅੱਗੇ ਗੋਲਕਾਂ ਨਹੀਂ ਸੀ ਹੁੰਦੀਆਂ, ਅੱਗੇ ਗੋਲਕਾਂ ਨਹੀਂ ਸੀ ਹੁੰਦੀਆਂ। ਤੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਦੇ ਸੀ। ਅੱਜ ਵੀ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਜਾਓਗੇ ਨਾ, ਗੋਲਕ ਨਜ਼ਰ ਨਹੀਂ ਆਏਗੀ। ਦਰਬਾਰ ਸਾਹਿਬ ਦੇ ਵਿੱਚ ਜਿੱਥੇ ਆਪਾਂ ਸਰੋਵਰ ਦੇ ਵਿੱਚ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਿਵਾਸ ਹੁੰਦਾ ਸੀ, ਬੜਾ ਢੇਰ ਲੱਗਿਆ ਹੋਇਆ। ਬੜੀਆਂ ਸੰਗਤਾਂ ਨਮਸਕਾਰ ਕਰ ਰਹੀਆਂ ਨੇ, ਮਾਇਆ ਗਿਰ ਰਹੀ ਹੈ ਚਾਰੇ ਪਾਸੋਂ, ਬੜੀ ਸ਼ੋਭਾ ਹੋ ਰਹੀ ਆ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਦੋਂ ਮਨ ਦੇ ਵਿੱਚ ਤਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ, ਫਿਰ ਗੁਰਮੁਖ ਪਿਆਰੇ ਸਾਰੀ ਜੈ ਜੈਕਾਰ ਕਰਦੇ ਨੇ, ਆਖੋ ਸਤਨਾਮ। ਹੁਣ ਇੱਧਰੋਂ ਸਤਿਗੁਰੂ ਖੁਦ ਆਪ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਇਹ ਗੁਰਮੁਖ ਪਿਆਰੇ ਲੈਣ ਦੇ ਵਿੱਚ ਲੱਗ ਗਏ। ਲੈਣ ਦੇ ਵਿੱਚ ਲੱਗੇ, ਹੌਲੀ ਹੌਲੀ ਨਮਸਕਾਰ ਕੀਤੀ। ਇਹ ਹਜੇ ਸਤਿਗੁਰ ਦੇ ਨੇੜੇ ਸੀ। ਇੰਨੇ ਨੂੰ ਗੁਰਮੁਖ ਪਿਆਰਿਓ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਗਏ। ਇਹਨਾਂ ਨੇ ਦੇਖਿਆ, ਪੁੱਛਿਆ ਵੀ ਇਹ ਕੌਣ ਨੇ, ਲੜਕਾ ਕੌਣ ਹੈ ਇਹ ਜਿਹੜੇ ਗੁਰੂ ਜੀ ਦੇ ਕੋਲ ਖੜੇ ਨੇ? ਉਹ ਕਹਿੰਦੇ ਇਹਨਾਂ ਦੇ ਪੁੱਤਰ ਨੇ, ਇਹਨਾਂ ਦੇ ਪੁੱਤਰ ਨੇ। ਇਹ ਬੜੇ ਖੁਸ਼ ਹੋਏ, ਕਹਿੰਦੇ ਵੀ ਇੱਥੇ ਆਪਣੀ ਗੱਲ ਬਣ ਜਾਣੀ ਆ। ਤਾਂ ਹੁਣ ਨਮਸਕਾਰ ਕੀਤੀ। ਨਮਸਕਾਰ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਤੁਹਾਡੇ ਘਰ ਦੇ ਵਿੱਚ ਇੱਕ ਇੱਛਾ ਲੈ ਕੇ ਆਇਆ, ਇੱਕ ਰਿਸ਼ਤਾ ਲੈ ਕੇ ਆਇਆ। ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਤੁਹਾਡੇ ਲੜਕੇ ਵਾਸਤੇ ਲੈ ਕੇ ਆਇਆ। ਮਹਾਰਾਜ ਜੀ ਕਹਿੰਦੇ ਠੀਕ ਆ ਭਾਈ, ਜਿਵੇਂ ਤੁਹਾਡੀ ਮਰਜ਼ੀ ਹੈ, ਜਿਵੇਂ ਸੰਗਤਾਂ ਦੀ ਮਰਜ਼ੀ ਆ। ਤਾਂ ਗੁਰਮੁਖ ਪਿਆਰਿਓ ਉਹ ਸਮੇਂ 1.25 ਰੁਪਈਆ ਸਗਨ ਦੇ ਗਏ। ਜਿਵੇਂ ਉਸ ਤੋਂ ਬਾਅਦ ਬੜੀ ਸੂਰਤ ਦੇਖੀ ਗੁਰੂ ਘਰ ਦੀ, ਬੜੀ ਮਾਇਆ ਵੇਖੀ, ਬੜੀ ਚੜ੍ਹਦੀ ਕਲਾ ਵੇਖੀ, ਬੜੇ ਖੁਸ਼ੀ ਖੁਸ਼ੀ ਦੇ ਨਾਲ। ਤਾਂ ਗੁਰਮੁਖ ਪਿਆਰੇ ਦੀਵਾਨ ਚੰਦੂ ਦੇ ਕੋਲ ਚਲੇ ਗਏ, ਕਹਿਣ ਲੱਗੇ ਅਸੀਂ ਤੁਹਾਡੀ ਲੜਕੀ ਦਾ ਰਿਸ਼ਤਾ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਜਿਗਰ ਦੇ ਟੋਟੇ, ਉਹਨਾਂ ਦੇ ਪੁੱਤਰ ਬੜੇ ਹੋਣਹਾਰ, ਬੜੇ ਸੋਹਣੇ ਸੁਨੱਖੇ, ਲੰਮੇ ਲੰਝੇ। ਮਾਇਆ ਦੀ ਗੱਲ ਕਰੀਏ, ਮਾਇਆ ਦੀ ਤਾਂ ਕੋਈ ਘਾਟ ਹੀ ਨਹੀਂ ਹੈ, ਆਖੋ ਸਤਨਾਮ। ਉਦੋਂ ਉੱਚਾ ਸੁੱਚਾ ਵਧੀਆ ਕਰ ਸਾਨੂੰ ਕੋਈ ਨਹੀਂ ਲੱਭਿਆ ਹੈ। ਬੜੀ ਅਸੀਂ ਦੁਨੀਆ ਵੇਖ ਲਈ, ਗਾ ਕੇ ਕੋਈ ਨਹੀਂ ਮਿਲਿਆ ਬਰ ਵਧੀਆ। ਤਾਂ ਗੁਰਮੁਖ ਪਿਆਰੇ ਚੰਦੂ ਨੇ ਕਹਿਣਾ ਕੀਤਾ, ਕਹਿੰਦੇ ਇਹ ਤੁਸੀਂ ਨੇ ਬਹੁਤ ਮਾੜਾ ਕੀਤਾ। ਉਹ ਕਿੱਥੇ ਮੈਂ ਚੰਦੂ ਦੀਵਾਨ, ਕਿੱਥੇ ਗੁਰੂ ਅਰਜਨ ਦੇਵ? ਉਹ ਸਮੇਂ ਸੰਗਤਾਂ ਸੁਣ ਰਹੀਆਂ ਸੀ, ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੇ ਸੀ ਲੋਕ ਉੱਥੇ ਹਾਜ਼ਰ ਸੀ। ਉਹ ਸੁਣ ਰਹੇ ਸੀ, ਕਹਿੰਦੇ ਵੀ ਤੁਸੀਂ ਬੜਾ ਗਲਤ ਕੰਮ ਕਰ ਦਿੱਤਾ। ਕਿੱਥੇ ਗੁਰੂ ਅਰਜਨ ਦੇਵ ਤੇ ਕਿੱਥੇ ਮੈਂ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਹਾਂ। ਮੇਰੀ ਵੱਡਿਆਂ ਨਾਲ ਮਿੱਤਰਤਾਈ ਆ,
ਵੱਡਾ ਘਰ ਲੱਭਣਾ ਸੀ। ਕਹਿੰਦੇ ਇਦੋਂ ਵੱਡਾ ਨਹੀਂ ਕੋਈ ਲੱਭਿਆ ਸਾਨੂੰ। ਕਲ ਲੱਗੇ ਬਹੁਤ ਗਲਤ ਕੀਤਾ ਤੁਸੀਂ। ਇਹ ਚਵਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ ਆ। ਆਪਣੇ ਆਪ ਨੂੰ ਚਵਾਰਾ ਦੱਸਿਆ, ਗੁਰੂ ਘਰ ਨੂੰ ਮੋਰੀ ਦੱਸੀ, ਨੀਵਾਂ ਦੱਸਿਆ। ਆਪਣੇ ਆਪ ਨੂੰ ਉੱਚਾ ਦੱਸਿਆ ਤੇ ਗੁਰੂ ਘਰ ਨੂੰ ਨੀਵਾਂ ਦੱਸਿਆ। ਤਾਂ ਕਹਿਣ ਲੱਗਾ ਚਲੋ ਹੁਣ ਜਿਹੜਾ ਕੁਝ ਕਰਕੇ ਆਇਓ ਕੋਈ ਗੱਲ ਨਹੀਂ, ਜਿਹੜਾ ਕੁਝ ਹੋ ਗਿਆ ਹੁਣ ਤਾਂ ਹੋ ਗਿਆ, ਪਰ ਆਪਣਾ ਉਹਨਾਂ ਦੇ ਨਾਲ ਮੇਲ ਨਹੀਂ ਹੈ। ਇੱਧਰੋਂ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸੁਣਿਆ ਤਾਂ ਗੁਰਮੁਖ ਪਿਆਰਿਓ, ਸਿੱਖ ਸੰਗਤਾਂ ਨੇ ਇੱਕ ਚਿੱਠੀ ਲਿਖੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਹੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਓ, ਇਹ ਦਿੱਲੀ ਦੀਆਂ ਸੰਗਤਾਂ ਦੀ ਬੇਨਤੀ ਆ। ਅਸੀਂ ਖੁਦ ਸੁਣਿਆ ਚੰਦੂ ਨੇ ਗੁਰੂ ਘਰ ਨੂੰ ਮੋਰੀ ਦੱਸਿਆ, ਆਪਣੇ ਆਪ ਨੂੰ ਚਵਾਰਾ ਦੱਸਿਆ, ਗੁਰੂ ਘਰ ਨੂੰ ਨੀਵਾਂ ਦੱਸਿਆ ਤੇ ਆਪਣੇ ਆਪ ਨੂੰ ਚਵਾਰਾ ਦੱਸਿਆ। ਇਹ ਤੁਹਾਨੂੰ ਤੰਗ ਕਰਨਗੇ, ਪਰੇਸ਼ਾਨ ਕਰਨਗੇ, ਇਹਨਾਂ ਦਾ ਰਿਸ਼ਤਾ ਨਾ ਮਨਜ਼ੂਰ ਕਰਿਓ। ਆਖੋ ਸਤਨਾਮ। ਸੰਗਤ ਨੇ ਚਿੱਠੀ ਲਿਖੀ, ਬੇਨਤੀ ਕੀਤੀ। ਹੁਣ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤਾਂ ਦੇ ਵਿੱਚ ਪਰਮੇਸ਼ਰ ਵਸਦਾ। ਸੰਗਤਾਂ ਕਦੋਂ ਨੇ? ਆ ਜਦੋਂ ਅਸੀਂ ਹੁਣ ਗੁਰੂ ਦੇ ਹਜ਼ੂਰੀ ਵਿੱਚ ਬੈਠੇ ਆ ਨਾ, ਗੁਰੂ ਦੇ ਚਰਨਾਂ ਵਿੱਚ ਬੈਠੇ ਆ, ਦਰਬਾਰ ਦੇ ਵਿੱਚ ਬੈਠੇ ਆ, ਹੁਣ ਇਸ ਸਮੇਂ ਅਸੀਂ ਸੰਗਤਾਂ ਦੇ ਰੂਪ ਦੇ ਵਿੱਚ ਬੈਠੇ। ਆਖੋ ਸਤਨਾਮ। ਸਾਡੇ ਵਿੱਚ ਪਰਮੇਸ਼ਰ ਦਾ ਨਿਵਾਸ ਹੈ। ਹਾਜ਼ਰ ਨਾਜ਼ਰ ਨੇ ਮਹਾਰਾਜ। ਜਦੋਂ ਦਰਬਾਰ ਸਾਹਿਬ ਤੋਂ ਬਾਹਰ ਚਲੇ ਗਏ ਤਾਂ ਗੁਰਮੁਖ ਪਿਆਰਿਓ, ਬਸ ਫਿਰ ਉਹੀ ਆਪਣੀਆਂ ਦੁਨਿਆਵੀ ਗੱਲਾਂ। ਪੌਦ ਕਿੱਡੀ ਕਿੱਡੀ ਹੋ ਗਈ, ਉਹ ਯਾਰ ਜੇ ਪੌਦ ਥੋੜੀ ਜਿਹੀ ਵੱਧਦਾ ਤਾਂ ਮੈਨੂੰ ਵੀ ਦੇ ਦੀ ਥੋੜੀ ਜਿਹੀ, ਮੈਂ ਵੀ ਲਾ ਲਾਂਗਾ, ਰੱਖੀ ਸਾਂਭ ਕੇ। ਉਹ ਬਾਈ ਸਾਡੇ ਤਾਂ ਹੁਣ ਜੀਰੀ ਲਾਣ ਲੱਗੇ, ਕੋਈ ਕਹੂ ਸਾਡੇ ਤਾਂ ਵਾ ਕੰਮ ਲਵੀ ਲੱਗਿਆ ਪਿਆ, ਕੋਈ ਕਹੂ ਸਾਨੂੰ ਮਿਲੇ ਨਹੀਂ। ਆਹ ਕੰਮਾਂ ਫਿਰ ਅਸੀਂ ਵੜ ਜਾਣਾ, ਉਦੋਂ ਪਰਮੇਸ਼ਰ ਵਿਸਰ ਜਾਂਦਾ। ਆਖੋ ਸਤਨਾਮ। ਸੰਗਤ ਵਿੱਚ ਬੈਠਾਂਗੇ, ਗੁਰੂ ਦੇ ਸ਼ਬਦ ਦੇ ਨਾਲ, ਗੁਰੂ ਦੇ ਧਿਆਨ ਦੇ ਨਾਲ ਸਾਡੀ ਸੁਰਤ ਜੁੜੀ ਰਹਿੰਦੀ ਆ। ਰਹੋ ਵਿਚਾਰ। ਸੰਗਤਾਂ ਦੀ ਬੇਨਤੀ ਆ ਮਹਾਰਾਜ, ਇਹ ਰਿਸ਼ਤਾ ਪਰਿਵਾਰ ਨਾ ਕਰਿਓ। ਇਹ ਦਿੱਲੀ ਦੀਆਂ ਸੰਗਤਾਂ ਵੱਲੋਂ ਬੇਨਤੀ ਆ। ਇੱਧਰੋਂ ਗੁਰਮੁਖ ਪਿਆਰੇ ਦਿੱਲੀ ਤੋਂ ਗੁਰਸਿੱਖ ਚਿੱਠੀ ਲੈ ਕੇ, ਕਿਉਂਕਿ ਪੈਦਲ ਤੁਰ ਕੇ ਜਾਣਾ ਪੈਂਦਾ ਸੀ, ਇੱਧਰੋਂ ਗੁਰਸਿੱਖ ਚਿੱਠੀ ਲੈ ਕੇ ਕੁਝ ਸੰਗਤਾਂ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਚਾਲੇ ਪਾ ਦਿੱਤੇ। ਆਖੋ ਸਤਨਾਮ। ਇੱਧਰੋਂ ਗੁਰਮੁਖ ਪਿਆਰਿਓ ਸਗਨ ਦੀਆਂ ਤਿਆਰੀਆਂ ਕੀਤੀਆਂ ਗਈਆਂ। ਮੈਸੇਜ ਲਾਇਆ ਗਿਆ, ਇੱਕ ਸਿਪਾਹੀ ਨੂੰ ਭੇਜਿਆ ਗਿਆ, ਫਲਾਣੀ ਤਰੀਕ ਨੂੰ ਸਾਹਿਬਜ਼ਾਦੇ ਦਾ ਜੋ ਸਗਨ ਕੀਤਾ ਜਾਣਾ, 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ, ਉਹਨਾਂ ਨੂੰ ਤਿਲਕ ਲਾਇਆ ਜਾਣਾ, ਸਗਨ ਲਾਇਆ ਜਾਣਾ, ਤਰੀਕ ਮਿੱਥ ਦਿੱਤੀ ਆ। ਤਾਂ ਗੁਰਮੁਖ ਪਿਆਰਿਓ ਇੱਧਰੋਂ ਤਿਆਰੀਆਂ ਹੋਣ ਲੱਗੀਆਂ। ਅੰਮ੍ਰਿਤਸਰ ਦੀ ਧਰਤੀ ਤੇ ਸਾਰੀ ਗਹਿਮਾ ਗਹਿਮਾ ਹੋਈ। ਦੇਸੀ ਘਿਓ ਦੇ ਦੀਵੇ ਲਾਏ ਗਏ। ਅੱਜ ਤਾਂ ਆਪਾਂ ਲੜੀਆਂ ਲਾਉਂਦੇ ਆ ਨਾ, ਅੱਗੇ ਦੇਸੀ ਘਿਓ ਦੇ ਦੀਵੇ, ਦੇਸੀ ਘਿਓ ਦੇ ਦੀਵੇ ਲਾਏ ਗਏ। ਜਗਮਗ ਜਗਮਗ ਸਾਰੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਨੇ, ਕੀਰਤਨ ਹੋ ਰਹੇ ਨੇ। ਤਾਂ ਗੁਰਮੁਖ ਪਿਆਰਿਓ ਇੱਧਰੋਂ ਜਿਹੜੇ ਲਾਗੀ ਸਨ, ਵਿਚੋਲੇ ਕਹਿ ਲਈਏ ਗੁਰਮੁਖ ਪਿਆਰਿਓ, ਉਹ ਵੀ ਆਪਣਾ ਸਗਨ ਦਾ ਸਮਾਨ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਗਏ। ਇੱਧਰੋਂ ਜਿਹੜੇ ਗੁਰਸਿੱਖ ਦਿੱਲੀ ਤੋਂ ਚੱਲੇ ਸੀ, ਉਹ ਵੀ ਚਿੱਠੀ ਲੈ ਕੇ ਆਪਣੀ ਅੰਮ੍ਰਿਤਸਰ ਪਹੁੰਚ ਗਏ। ਆਖੋ ਸਤਨਾਮ। ਇੱਧਰੋਂ ਹੁਣ ਤਿਆਰੀਆਂ ਹੋ ਗਈਆਂ, ਚੌਂਕੀ ਮੰਗਾਈ ਗਈ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬਜ਼ਾਦੇ ਨੂੰ ਚੌਂਕੀ ਦੇ ਉੱਤੇ ਬਿਠਾਇਆ। ਜਦੋਂ ਸਾਰੀਆਂ ਸੰਗਤਾਂ ਬੈਠੀਆਂ ਨੇ, ਬੜੀ ਖੁਸ਼ੀ ਦਾ ਮਾਹੌਲ ਆ। ਤਾਂ ਗੁਰਮੁਖ ਪਿਆਰਿਓ ਜਦੋਂ ਤਿਲਕ ਲਾਉਣ ਲੱਗੇ ਨਾ,
ਸਗਨ ਦਾ ਤਿਲਕ ਲਾਉਣ ਲੱਗੇ ਮੱਥੇ ਦੇ ਉੱਤੇ। ਉਹ ਗੁਰਸਿੱਖ ਨੇ ਕਹਿਤਾ, ਕਹਿੰਦੇ ਰੁਕੋ ਰੁਕੋ ਭਾਈ, ਰੁਕੋ ਮਾੜਾ ਜਿਹਾ। ਸਾਰੇ ਹੈਰਾਨ ਹੋ ਗਏ ਵੀ ਇਹ ਕੀ ਕਾਰਨ, ਇਹ ਕੀ ਵਿੱਚੇ ਰੰਗ 'ਚ ਭੰਗ ਪਾ ਦਿੱਤਾ। ਉਹ ਗੁਰਸਿੱਖ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚਿੱਠੀ ਫੜਾਈ। ਮਹਾਰਾਜ ਜੀ ਉਹ ਚਿੱਠੀ ਫੜ ਕੇ ਆਪਣੇ ਗੀਜੇ ਦੇ ਵਿੱਚ ਲੱਗੇ ਪਾਉਣ। ਚੋਲੇ ਦੇ ਗੀਜੇ ਵਿੱਚ ਗੁਰਸਿੱਖ ਨੇ ਬੇਨਤੀ ਕੀਤੀ, ਮਹਾਰਾਜ ਇਹਨੂੰ ਗੀਜੇ ਵਿੱਚ ਨਾ ਪਾਓ, ਇਹ ਦਿੱਲੀ ਦੀਆਂ ਸਿੱਖ ਸੰਗਤਾਂ ਵੱਲੋਂ ਇਹ ਚਿੱਠੀ ਆਈ ਹੈ, ਪੱਤਰਕ ਆਈ ਹੈ, ਇਹਨੂੰ ਪੜ੍ਹੋ ਪਹਿਲਾਂ। ਉਹ ਚਿੱਠੀ ਦੇ ਵਿੱਚ ਲਿਖਿਆ ਹੋਇਆ, ਹੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ, ਦਿੱਲੀ ਦੀਆਂ ਸੰਗਤਾਂ ਵੱਲੋਂ ਬੇਨਤੀ ਹੈ ਕਿ ਆਪ ਜੀ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ, ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਉੱਚਾ ਦੱਸਿਆ, ਆਪਣੇ ਆਪ ਨੂੰ ਚਵਾਰਾ ਦੱਸਿਆ, ਤੇ ਗੁਰੂ ਘਰ ਨੂੰ ਇਹਨਾਂ ਨੇ ਮੋਰੀ ਦੱਸੀ ਹੈ, ਗੁਰੂ ਘਰ ਨੂੰ ਨੀਵਾਂ ਦੱਸਿਆ। ਬੜਾ ਇਹ ਵੱਧ ਘੱਟ ਬੋਲੇ ਨੇ ਆਪ ਜੀ ਬਾਰੇ, ਇਹਨਾਂ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ, ਇਹ ਤੰਗ ਕਰਨਗੇ ਤੁਹਾਨੂੰ ਬਾਅਦ ਦੇ ਵਿੱਚ। ਚਿੱਠੀ ਪੜ੍ਹ ਕੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਨੇ ਆਪਣੇ ਗੀਜੇ ਵਿੱਚ ਪਾ ਲਈ। ਜਦੋਂ ਤਿਲਕ ਲਾਉਣ ਲੱਗੇ, ਮਹਾਰਾਜ ਜੀ ਕਹਿੰਦੇ ਰੁਕ ਜਾਓ ਭਾਈ, ਇਹ ਸਗਨ ਸਾਨੂੰ ਮਨਜ਼ੂਰ ਨਹੀਂ ਹੈ। ਆਖੋ ਸਤਨਾਮ। ਚੰਦੂ ਦੀਵਾਨ ਉੱਚਾ ਹੈ, ਅਸੀਂ ਨੀਵੇਂ ਹਾਂ, ਉਹਦੀ ਲੜਕੀ ਦਾ ਰਿਸ਼ਤਾ ਸਾਨੂੰ ਪ੍ਰਵਾਨ ਨਹੀਂ ਹੈ। ਜਾਓ ਤੁਸੀਂ ਉੱਚੇ ਘਰ ਦੇ ਵਿੱਚ ਕਿਤੇ ਲੱਭ ਕੇ ਚੰਦੂ ਦੀ ਲੜਕੀ ਦਾ ਰਿਸ਼ਤਾ ਕਰ ਦਿਓ, ਇਹ ਰਿਸ਼ਤਾ ਸਾਨੂੰ ਪ੍ਰਵਾਨ ਨਹੀਂ ਹੈ। ਮੋੜ ਦਿੱਤੇ। ਇੱਥੋਂ ਸਗਨ ਲੈ ਕੇ ਗੁਰਮੁਖ ਪਿਆਰਿਓ ਵਾਪਸ ਚਲੇ ਗਏ। ਚੰਦੂ ਦੀਵਾਨ ਦੇ ਕੋਲ ਜਾ ਕੇ ਕਹਿਣ ਲੱਗੇ, ਕਹਿੰਦੇ ਦਿੱਲੀ ਦੀਆਂ ਸੰਗਤਾਂ ਵੱਲੋਂ ਚਿੱਠੀ ਲਿਖੀ ਗਈ ਆ, ਜੋ ਆਪ ਜੀ ਨੇ ਕੁਝ ਕਿਹਾ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗ ਗਿਆ, ਤੇ ਆ ਲੜਕੀ ਦਾ, ਤੁਹਾਡੀ ਲੜਕੀ ਦਾ ਰਿਸ਼ਤਾ ਉਹਨਾਂ ਨੇ ਪ੍ਰਵਾਨ ਨਹੀਂ ਕਰਿਆ, ਰਿਸ਼ਤਾ ਮੋੜ ਦਿੱਤਾ। ਇੱਥੋਂ ਫਿਰ ਗੁਰਮੁਖ ਪਿਆਰਿਓ ਜਹਾਂਗੀਰ ਦੇ ਕੋਲ ਗਿਆ। ਜਹਾਂਗੀਰ ਦੀ ਪਾਵਰ ਸੀ ਉਸ ਸਮੇਂ ਬਹੁਤ, ਤਾਂ ਗੁਰਮੁਖ ਪਿਆਰਿਓ ਫਿਰ ਉਹਨਾਂ ਨੇ ਆਪਣੀ ਪਾਵਰ ਜਮਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੈਦ ਕੀਤਾ। ਕੈਦ ਕਰਕੇ ਗੁਰਮੁਖ ਪਿਆਰੇ ਬੜੇ ਪਹਿਲਾਂ ਮਨਾਇਆ ਗਿਆ ਵੀ ਮੰਨ ਜੋ, ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਕਹਿੰਦੇ ਤੁਸੀਂ ਵੱਡੇ ਹੋ, ਤੁਸੀਂ ਚਵਾਰੇ ਹੋ, ਅਸੀਂ ਮੋਰੀਆਂ, ਤੁਹਾਡੇ ਨਾਲ ਸਾਡਾ ਕੋਈ ਮੇਲ ਨਹੀਂ, ਅਸੀਂ ਤਾਂ ਕੋਈ ਗਰੀਬ ਜਿਹਾ ਪਰਿਵਾਰ ਲੱਭ ਕੇ ਆਪਣਾ ਰਿਸ਼ਤਾ ਕਰ ਲਵਾਂਗੇ, ਤੁਹਾਡੇ ਨਾਲ ਸਾਡੀ ਬਣਨੀ ਨਹੀਂ। ਤਾਂ ਗੁਰਮੁਖ ਪਿਆਰਿਓ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨਾ ਮੰਨੇ, ਬੜੇ ਫਿਰ ਇਹਨਾਂ ਨੇ ਤਸੀਹੇ ਦਿੱਤੇ, ਬੰਦ ਕੀਤਾ, ਮਹਾਰਾਜ ਨੂੰ ਭੁੱਖਣ ਭਾਣੇ ਰੱਖਿਆ। ਜਦੋਂ ਨਾ ਮੰਨੇ ਫਿਰ ਗੁਰਮੁਖ ਪਿਆਰਿਓ ਹੁਕਮ ਕਰ ਦਿੱਤਾ, ਕਹਿੰਦੇ ਇਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਜਾਏ। ਇਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਜਾਏ, ਉੱਪਰੋਂ ਤੱਤੀ ਰੇਤ ਪਾਵਾਂਗੇ, ਇਹ ਫਿਰ ਆਪੇ ਮੰਨ ਜਾਣਗੇ। ਆਖੋ ਸਤਨਾਮ। ਪਹਿਲਾਂ ਗੁਰਸਿੱਖਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਮਣੇ ਦੇਗਾਂ ਦੇ ਵਿੱਚ ਵਾਲਿਆ ਗਿਆ। ਕਿੰਨੇ ਤਸੀਹੇ ਦਿੱਤੇ ਗਏ ਗੁਰਮੁਖ ਪਿਆਰਿਓ ਵੀ ਮਹਾਰਾਜ ਜੀ ਮੰਨ ਜਾਣਗੇ, ਪਰ ਗੁਰਮੁਖ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਸਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਿਲਕੁਲ ਉੱਕਾ ਹੀ ਜਵਾਬ ਦੇ ਦਿੱਤਾ, ਕਹਿੰਦੇ ਤੁਹਾਡੇ ਨਾਲ ਸਾਡੀ ਨਹੀਂ ਬਣਦੀ, ਅਸੀਂ ਨੀਵੇਂ ਆ ਭਾਈ, ਤੁਸੀਂ ਉੱਚੇ ਹੋ, ਉੱਚਿਆਂ ਨਾਲ ਕੋਈ ਰਿਸ਼ਤਾ ਗੰਢੋ। ਤੱਤੀ ਤਵੀ ਦੇ ਉੱਤੇ ਫਿਰ ਬਿਠਾਇਆ ਗਿਆ। ਬੜੀਆਂ ਤਸੀਹੇ ਦਿੱਤੇ ਗਏ। ਤਵੀ ਦੇ ਉੱਤੇ ਬਿਠਾ ਕੇ ਥੱਲੇ ਅੱਗ ਬਾਲੀ ਗਈ, ਉੱਪਰੋਂ ਗਰਮ ਗਰਮ ਰੇਤਾ ਸਿਰ ਦੇ ਵਿੱਚ ਪਾਇਆ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸ਼ਹੀਦ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ।
ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਉਹ ਪਰਮੇਸ਼ਰ ਦਾ ਭਾਣਾ ਮਿੱਠਾ ਮਿੱਠਾ ਕਰਕੇ ਤੱਤੀ ਤਵੀ ਤੇ ਗੁਰਮੁਖ ਪਿਆਰਿਓ ਚੌਂਕੜਾ ਲਾ ਕੇ ਬਹਿ ਗਿਆ ਹੈ। ਤੱਤੀ ਤਵੀ ਤੇ ਚੌਂਕੜਾ ਲਾ ਕੇ ਬਹਿ ਗਏ। ਤੱਤੀ ਤਵੀ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਦੁਨੀਆ ਦੇ। ਤਵੀ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਦੁਨੀਆ ਦਾ। ਤਵੀ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਦੁਨੀਆ ਤੱਤੀ ਤਵੀ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਦੁਨੀਆ ਤਵੀ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਦੁਨੀਆ ਤੱਤੀ ਤਵੀ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਦੁਨੀਆ ਤੱਤੀ ਤਵੀ ਤੇ ਚੌਂਕੜਾ ਮਾਰ ਲਿਆ ਮਾਲਕ ਸਾਰੀ ਦੁਨੀਆ ਦਾ। ਤੱਤੀ ਤਵੀ ਤੇ ਚੌਂਕੜਾ ਮਾਰਿਆ ਮਾਲਕ ਸਾਰੀ ਦੁਨੀਆ ਦਾ। ਹੋਏ ਤੱਤੀ ਤਵੀ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਦੁਨੀਆ ਤੱਤੀ ਤਵੀ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਦੁਨੀਆ ਤੇ ਚੌਂਕੜਾ ਲਾ ਲਿਆ ਮਾਲਕ ਸਾਰੀ ਤੱਤੀ ਤਵੀ ਤੇ ਚੌਂਕੜਾ ਲਾ ਕੇ ਬਹਿ ਗਏ ਮਾਲਕ ਸਾਰੀ ਦੁਨੀਆ ਦੇ। ਤਾਂ ਗੁਰਮੁਖ ਪਿਆਰਿਓ ਆਓ ਆਪਾਂ 5 ਮਿੰਟ ਦੇ ਵਿੱਚ ਸਮਾਪਤੀ ਕਰ ਦੇਣੀ ਆ। ਤਾਂ ਹੁਣ ਬੜੇ ਤਸੀਹੇ ਦਿੱਤੇ ਗਏ। ਗਊ ਦੀ ਖੱਲ ਦੇ ਵਿੱਚ ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੜਿਆ ਗਿਆ ਵੀ ਕਿਤੇ ਮੰਨ ਜਾਣ। ਜਿਉਂ-ਜਿਉਂ ਖੱਲ ਸੁੱਕਦੀ ਆ, ਜਿਉਂ-ਜਿਉਂ ਟੈਟ ਹੁੰਦੀ ਆ, ਮਹਾਰਾਜ ਜੀ ਮੰਨੇ ਨਹੀਂ। ਫਿਰ ਗੁਰਮੁਖ ਪਿਆਰਿਓ ਸਾਰੇ ਸਰੀਰ ਦੇ ਉੱਤੇ ਸਾਲੇ ਹੋਏ ਨੇ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੇਖਿਆ ਕਿ ਹੁਣ ਸਾਡਾ ਸੱਚਖੰਡ ਜਾਣ ਦਾ ਸਮਾਂ ਆ ਗਿਆ। 5 ਸਿੰਘਾਂ ਨੂੰ ਮਹਾਰਾਜ ਜੀ ਕਹਿਣ ਲੱਗੇ, ਸਿੰਘੋ ਅਸੀਂ ਰਾਵੀ ਦੇ ਵਿੱਚ ਇਸ਼ਨਾਨ ਕਰਨਾ। ਅਸੀਂ ਰਾਵੀ ਦੇ ਵਿੱਚ ਇਸ਼ਨਾਨ ਕਰਨਾ। ਤਾਂ ਗੁਰਮੁਖ ਪਿਆਰਿਓ ਇਹ ਚੰਦੂਣੀ ਵੀ ਖੁਸ਼ ਹੋ ਗਏ ਵੀ ਸਰੀਰ ਦੇ ਉੱਤੇ ਸਾਰੇ ਸਾਲੇ ਹੋਏ ਪਏ ਨੇ, ਤੇ ਜਦੋਂ ਪਾਣੀ ਦੇ ਵਿੱਚ ਵੜਨਗੇ ਤੜਫਣਗੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਸਮੇਂ ਬਾਬਾ ਬੁੱਢਾ ਜੀਆਂ ਨੂੰ ਹੋਰ ਸਿੰਘਾਂ ਨੂੰ 5 ਪੈਸੇ ਤੇ ਨਾਰੀਅਲ ਦੇ ਕੇ ਕਹਿੰਦੇ ਗੁਰਤਾ ਗੱਦੀ ਹਰ ਗੋਬਿੰਦ ਨੂੰ ਦੇ ਦਿਓ। ਜਦੋਂ ਰਾਵੀ ਦੇ ਵਿੱਚ ਗੁਰਮੁਖ ਪਿਆਰੇ ਬੜੇ ਸਾਰੇ ਆਲੇ ਦੁਆਲੇ ਦੇਖ ਰਹੇ ਨੇ, ਸਤਿਗੁਰੂ ਜੀ ਡੂੰਘੇ ਦੇ ਪਾਣੀ ਦੇ ਵਿੱਚ ਬੜੇ, ਸਤਨਾਮ ਵਾਹਿਗੁਰੂ ਕਹਿ ਕੇ ਡੁਬਕੀ ਮਾਰੀ, ਸਰੀਰ ਸਮੇਤ ਹੀ ਸੱਚਖੰਡ ਚਲੇ ਗਏ। ਆਖੋ ਸਤਨਾਮ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਸਾਰੀ ਵਿਧੀ ਸਾਰੀ ਗੱਲਬਾਤ ਪਹਿਲਾਂ ਸਮਝਾ ਦਿੱਤੀ ਸੀ। ਸਰੀਰ ਸਮੇਤ ਹੀ ਸਤਿਗੁਰੂ ਸੱਚਖੰਡ ਨੂੰ ਪਿਆਨਾ ਕਰ ਗਏ। ਗੁਰਮੁਖ ਪਿਆਰਿਓ ਫਿਰ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਗੁਰਤਾ ਗੱਦੀ ਤੇ ਬਿਠਾਇਆ। ਫਿਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾਈ, ਬਾਜ਼ਾਰ ਦੇ ਵਿੱਚ ਕਮਾਇਆ ਇਤਿਹਾਸ ਵੱਡਾ ਹੈ। ਇਹ ਆਪਾਂ ਨੇ ਇੱਕ ਸ਼ਾਰਟਕਟ ਸੁਣਾਇਆ ਕਿਉਂਕਿ ਸਮਾਂ ਸੀਜ਼ਨ ਦਾ ਚੱਲ ਰਿਹਾ। ਸਾਡੇ ਸਾਰੇ ਵੀਰਾਂ ਭਰਾਵਾਂ ਨੇ ਜੀਰੀਆਂ ਲੱਗ ਰਹੀਆਂ ਨੇ, ਕੋਈ ਪਾਣੀ ਛੱਡਣਾ, ਕੋਈ ਗਾਹਣ ਕਰਨਾ ਹੈ ਜੀਰੀ ਦੇ ਵਿੱਚ। ਆਪਾਂ ਰਲ ਮਿਲ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਇਤਿਹਾਸ ਦੀ ਵਿਚਾਰ ਕੀਤੀ ਹੈ। ਕੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ। ਤਾਂ ਗੁਰਮੁਖ ਪਿਆਰਿਓ, ਇਤਿਹਾਸ ਬੜਾ ਲੰਮਾ ਹੈ ਤੇ ਆਪਾਂ ਨੇ ਸ਼ਾਰਟਕਟ ਵਿਚਾਰ ਕਰਕੇ ਸਮਾਪਤੀ ਕਰਨ ਲੱਗੇ ਆ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ, ਕਥਾ ਕੀਰਤਨ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ ਤੇ ਮੇਰਾ ਪ੍ਰਾਤ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੰਮਾਂ ਕਾਰਾਂ ਨੂੰ ਪਿੱਛੇ ਛੱਡ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ, ਸੰਗਰਾਮ ਦੇ ਦਿਹਾੜੇ ਦੇ ਸੰਬੰਧ ਵਿੱਚ ਆਪਾਂ ਸਾਰੇ ਰਲ ਮਿਲ ਕੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ। ਜੋ ਕਿ ਇੱਥੇ ਉਹਦੇ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜੋ ਬੜੇ ਪਿਆਰ ਵਾਲੇ ਨੇ, ਬੜੇ ਸਤਿਕਾਰ ਵਾਲੇ ਨੇ। ਸਤਿਗੁਰੂ ਦੀ ਗੁਰਬਾਣੀ ਸਾਨੂੰ ਸਿੱਖ ਸੰਗਤਾਂ ਨੂੰ ਪੜ੍ਹ ਕਰਕੇ ਸੁਣਾਉਂਦੇ ਨੇ। ਆਓ ਗੁਰੂ ਕੀ ਦੇਗਾ ਤਿਆਰ ਨੇ, ਦੇਗਾ ਲੈ ਕੇ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ, ਅਰਦਾਸ, ਹੁਕਮਨਾਮਾ ਸਾਹਿਬ, ਕੜਾ ਪ੍ਰਸਾਦ ਦੀਆਂ ਦੇਗਾ ਲੈ ਕਰਕੇ ਜਲ ਪਾਣੀ ਛਕ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ ਜੀ। ਲੋਕ ਸੁਖੀ ਹੈ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਅਸੀਂ ਵੀ ਅੱਗੇ ਕੀਰਤਨ ਤੇ ਜਾਣਾ ਤੇ ਕੀਰਤਨ ਦਾ ਸਮਾਂ ਉੱਥੇ ਵੀ 10 ਤੋਂ 12 ਵਜੇ ਦਾ, ਅਤੇ ਰਾਤ ਦਾ ਦੀਵਾਨ ਪਿੰਡ ਮਲਕੋਂ ਨੇੜੇ ਨਾਭੇ ਦੇ ਨੇੜੇ ਪਿੰਡ ਮਲਕੋਂ ਆ, ਉੱਥੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਦੀਵਾਨ ਦਾ ਸਮਾਂ। ਤੁਹਾਡੀਆਂ ਸੰਗਤਾਂ ਦੀ ਕਿਰਪਾ ਦਾ ਸਦਕਾ ਇਸੇ ਤਰ੍ਹਾਂ ਕਥਾ ਕੀਰਤਨ ਦੀਆਂ ਹਾਜ਼ਰੀਆਂ ਥਾਂ ਥਾਂ ਤੇ ਸਤਿਗੁਰੂ ਮਹਾਰਾਜ ਜੀ ਸੇਵਾਵਾਂ ਲੈਂਦੇ ਨੇ। ਆਓ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਇਆ, ਸ਼ਬਦ ਨਾਨਕ ਨੰਦ ਹੋਆ
ਵਾਹਿਗੁਰੂ ਜੀ ਕਾ ਖਾਲਸਾ।